ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰਵਾਸੀ ਪ੍ਰੋਪਰਟੀਜ਼ ਦੇ ਸ਼ੋਅ ਦੇ ਵਿੱਚ ਇੱਕ ਵਾਰ ਫੇਰ ਤੋਂ ਸਵਾਗਤ ਹੈ। ਮੈਂ ਹਾਂ ਤੁਹਾਡੀ ਹੋਸਟ ਰਾਖੀ ਤੇ ਜਿੱਦਾਂ ਕਿ ਅਸੀਂ ਪ੍ਰਵਾਸੀ ਪ੍ਰੋਪਰਟੀਜ਼ ਦੇ ਸ਼ੋਅ ਦੇ ਵਿੱਚ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ, ਕੋਈ ਵੀ ਪ੍ਰੋਪਰਟੀ ਤੋਂ ਰਿਲੇਟਿਡ ਕੋਈ ਵੀ ਨਵੇਂ ਇਮੀਗ੍ਰੈਂਟਸ ਹੋਣ ਜਾਂ ਜੋ ਪਹਿਲਾਂ ਤੋਂ ਇਨਵੈਸਟ ਕਰਨਾ ਚਾਹੁੰਦੇ ਹੋਣ ਜਾਂ ਇਨਵੈਸਟਰਸ ਹੋਣ, ਉਹਨਾਂ ਬਾਰੇ ਉਹ ਇਨਵੈਸਟ ਕਰ ਸਕਦੇ ਨੇ। ਕੋਈ ਵੀ ਗੱਲ ਕਰਨਾ ਚਾਹਣ ਕੋਂਡੋਜ਼ ਬਾਰੇ, ਸੈਮੀ ਡਿਟੈਚਡ ਹਾਊਸ ਬਾਰੇ, ਡਿਟੈਚਡ ਹਾਊਸ ਬਾਰੇ ਜਾਂ ਕੋਈ ਵੀ ਰੀਅਲ ਸਟੇਟ ਦੀ ਨੌਲੇਜ ਬਾਰੇ, ਉਹ ਸਾਰੀਆਂ ਚੀਜ਼ਾਂ ਆਪਾਂ ਕਵਰ ਕਰਦੇ ਹਾਂ ਇਸ ਸ਼ੋਅ ਦੇ ਵਿੱਚ। ਜਿੱਦਾਂ ਕਿ ਅਸੀਂ ਲਾਸਟ ਟਾਈਮ ਤੁਹਾਨੂੰ ਗੱਲ ਕਰਵਾਈ ਸੀਗੀ ਰਾਹੁਲ ਕਸ਼ਯਪ ਜੀ ਦੇ ਨਾਲ, ਸੇਮ ਹੀ ਅੱਜ ਵੀ ਰਾਹੁਲ ਕਸ਼ਯਪ ਜੀ ਸਾਡੇ ਨਾਲ ਜੁੜੇ ਨੇ ਇਸ ਸ਼ੋਅ ਦੇ ਵਿੱਚ। ਰਾਹੁਲ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ। ਜੀ ਰਾਖੀ ਜੀ, ਤੁਹਾਨੂੰ ਤੇ ਸਾਡੇ ਸਾਰੇ ਵਿਊਅਰਸ ਨੂੰ ਬਹੁਤ ਹੀ ਪਿਆਰ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਸਰ, ਜਿੱਦਾਂ ਕਿ ਅੱਜ ਅਸੀਂ ਬਹੁਤ ਇੱਕ ਇੰਟਰਸਟਿੰਗ ਟੌਪਿਕ ਲੈ ਕੇ ਆਏ ਨੇ ਆਪਣੇ ਦਰਸ਼ਕਾਂ ਲਈ। ਦਰਸ਼ਕਾਂ ਨਾਲ ਅਸੀਂ ਗੱਲ ਕਰਾਂਗੇ ਜੋ ਟਰੂਡੋ ਗਵਰਨਮੈਂਟ ਨੇ ਇੱਕ ਪਲਾਨ ਲਾਂਚ ਕੀਤਾ ਸੀਗਾ ਆਫ 1 ਬਿਲੀਅਨ ਟੂ ਇਨਵੈਸਟ ਇਨ ਬਜਟ ਹਾਊਸ ਹੋਲਡਿੰਗ ਸਟਾਫ। ਸੋ ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਵਾਟ ਦਿਸ ਪਲਾਨ ਇਜ਼ ਅਬਾਊਟ। ਸੋ ਰਾਖੀ ਜੀ, ਬੇਸਿਕਲੀ ਹੁੰਦਾ ਕੀ ਹੈਗਾ, we always talk about कि market कितने जा रही है, what is the returns happening, how much people are making money in real estate, but there's also another side to this, which is affordable housing, ਜਿਹੜੀ ਆਪਾਂ ਕਈ ਵਾਰੀ ਉਸ ਟੌਪਿਕ ਨੂੰ ਗੱਲ ਨਹੀਂ ਕਰਦੇ ਜਿੰਨੀ ਉਹਦੀ ਲੋੜ ਹੈਗੀ ਆ। Now affordable housing ਦਾ ਮਤਲਬ ਇਹ ਹੈਗਾ the people who are unable to have a roof over their head or on a day-to-day basis. ਜੀ I'll give you a couple of stats. ਬਿਲਕੁਲ। Toronto ਦੇ ਵਿੱਚ ਕੱਲੇ over 10,000 people are homeless every night. Oh. That's the stats. ਕਿ 10,000 ਜਿਹੜੇ ਲੋਕੀ ਹੈਗੇ ਆ ਟੋਰਾਂਟੋ ਦੇ ਵਿੱਚ, they don't have a roof over their head on any given night of the week. There's a lot of reasons behind it. ਜਿਹੜੀ homelessness ਹੁੰਦੀ ਹੈਗੀ ਆ, that could be because of loss of employment, family violence, mental illness, poor physical health, job loss. So there's a bunch of different factors involved. But ਉਹਦੇ ਕਰਕੇ we as a society, I think ਸਾਡੀ ਕਿਤੇ ਨਾ ਕਿਤੇ ਉਹ responsibility ਬਣਦੀ ਹੈਗੀ ਆ that we're able to provide something more affordable out there. We should not always focus on where are we going to do investment or ਅਸੀਂ ਕਿੰਨਾ ਪੈਸਾ ਬਣਾਉਣਾ ਹੈਗਾ, because that's part of the business, that's part of the real estate business. But we as a society needs to help out people as well, and this initiative jada Trudeau government ne lita hega, where they're investing over $1 billion, I would say, towards this initiative, and it's a fantastic initiative jada na hega RHI. Ji ਤੁਸੀਂ ਥੋੜਾ ਜਿਹਾ ਮੈਨੂੰ ਇਹਦੇ ਬਾਰੇ ਦੱਸੋਗੇ? RHI ਮੈਂ ਥੋੜਾ ਜਿਹਾ ਸਮਝੀ ਨਹੀਂ ਇਹਦੀ ਡੈਫੀਨੇਸ਼ਨ। ਸੋ RHI ਹੈਗਾ Rapid Housing Initiative. Rapid Housing Initiative ਇਹ ਇਹਨਾਂ ਨੇ ਸ਼ੁਰੂ ਕੀਤਾ ਹੈਗਾ, which is being led by CMHC, ਜਿਹੜੀ Canada Mortgage Housing ਹੈਗੀ ਸਾਡੀ ਇੱਥੇ ਕਾਰਪੋਰੇਸ਼ਨ, ਉਹਨਾਂ ਦੇ ਨਾਲ ਮਿਲ ਕੇ ਹੈਗਾ। And what they're trying to bring is they're bringing in 3,000 affordable housing units within Canada, so across Canada wide. Now one thing to understand is ਜਿੱਦਾਂ ਮੈਂ ਹੁਣੇ ਦੱਸਿਆ ਕਿ ਟੋਰਾਂਟੋ ਦੇ ਵਿੱਚ ਕੱਲੇ there's over 10,000 individuals that are homeless on any given night. So 3,000 units is not something overwhelming. It's a great start for this kind of cause ਕਿ ਜਿੱਥੇ affordable housing ਜਿਹੜੀ ਹੈਗੀ ਆ ਉਹ ਬਣਨ ਜਾ ਰਹੀ ਹੈਗੀ ਆ, and it will help a lot of families. ਜੀ ਤੇ ਇਹਦੇ ਬਾਰੇ ਥੋੜਾ ਜਿਹਾ ਮੈਨੂੰ ਹੋਰ, ਜਿੱਦਾਂ ਕਿ ਅਸੀਂ ਜਾਣਦੇ ਹਾਂ, ਮੈਂ ਵੀ ਸਟੈਟਸ ਪੜ੍ਹੇ ਸੀਗੇ ਇਹਦੇ ਬਾਰੇ। ਉਹਦੇ ਵਿੱਚ ਮੈਂ ਪੜ੍ਹਿਆ ਸੀਗਾ ਕਿ ਇਨ 2015 ਗਵਰਨਮੈਂਟ ਨੇ ਮੋਰ ਦੈਨ 10,000 ਪੀਪਲ ਦੀ ਹੈਲਪ ਕੀਤੀ ਸੀਗੀ ਟੂ ਗਿਵ them shelter, ਟੂ ਗਿਵ them a roof on their head, right? ਸੋ ਇਹਦੇ ਬਾਰੇ ਮੈਨੂੰ ਥੋੜਾ ਜਿਹਾ ਤੁਸੀਂ ਹੋਰ ਡਿਟੇਲ ਦੇ ਵਿੱਚ ਦੱਸੋ। ਜਿੱਦਾਂ ਕਿ ਤੁਸੀਂ ਮੈਨੂੰ ਹੁਣੇ ਦੱਸਿਆ ਵੀ RHI ਇੱਕ ਰੈਪਿਡ ਹਾਊਸਿੰਗ ਇਨੀਸ਼ੀਏਟਿਵ ਪਲਾਨ ਸਟਾਰਟ ਕੀਤਾ ਹੈ ਗਵਰਨਮੈਂਟ ਨੇ। ਇਹਦੇ ਵਿੱਚ ਕਿਸ ਟਾਈਪ ਦੀਆਂ ਬਿਲਡਿੰਗਸ ਉਹ ਕ੍ਰੀਏਟ ਕਰਨਗੇ? So ਦੇਖੋ ਇਹਦੇ ਵਿੱਚ what they're trying to do is obviously cost is a huge factor. ਜਦ ਵੀ ਕਦੀ ਆਪਾਂ ਕੋਈ ਨਵੀਂ development ਕਰਾਂਗੇ, obviously the cost will be a little bit higher. However ਉੱਥੇ ਇਹਨਾਂ ਨੂੰ ਜਿਹੜੇ ਇਸ initiative ਦੇ through ਮਿਲਣੀ ਹੈਗੀ ਆ, whether it's non-profit organizations can get involved as well, the local municipalities, the cities, provinces can also get involved in their own right way, and there will be some sort of a subsidy given to them ਜਿੱਥੇ ਉਹਨਾਂ ਨੂੰ break ਮਿਲੂਗਾ pricing ਦੇ ਉੱਤੇ. Now that's definitely going to help. But the other part of this is ਜਿਹੜੀ ਸਾਡੀ non-residential buildings ਹੈਗੀਆਂ, because there could be a lot of buildings out there that are not being used for non-residential purpose right now, but they can be converted into residential units. That's where this will also help.
कि let's say कोई abandoned buildings हैगियां या there's a old motel or an inn that can be converted into a permanent condo or apartment building. So they will look into those areas as well कि जिथे cost cut लगे but benefit ज़्यादा होए. So that's how they're going to try to manage these 3,000 units ਜਿਹੜੀ ਬਣਨ ਜਾ ਰਹੀਆਂ ਹੈਗੀਆਂ. Yes, they will look at acquisition of new lands, new construction, but at the same time existing buildings ਨੂੰ ਜਿਹੜੀ ਨਾਨ ਰੈਜ਼ੀਡੈਂਸ਼ੀਅਲ ਹੈਗੀ ਜਿੱਦਾਂ ਮੈਂ ਦੱਸਿਆ ਉਹਨਾਂ ਨੂੰ ਰੈਜ਼ੀਡੈਂਸ਼ੀਅਲ ਦੇ ਵਿੱਚ ਵੀ ਕਨਵਰਟ ਕੀਤਾ ਜਾਊਗਾ. ਠੀਕ ਹੈ ਓਕੇ ਇਹਦੇ ਨਾਲ ਨਾਲ ਜਿੱਦਾਂ ਕਿ ਆਪਾਂ ਪਹਿਲਾਂ ਵੀ ਦੱਸਿਆ ਵੀ ਗਵਰਨਮੈਂਟ ਨੇ ਆਲਮੋਸਟ 1 ਬਿਲੀਅਨ ਦਾ ਇਹ ਆਪਣਾ ਪਲਾਨ ਬਣਾਇਆ ਆ ਸੋ 1 ਬਿਲੀਅਨ ਦੇ ਵਿੱਚ ਮੈਨੂੰ ਥੋੜਾ ਜਿਹਾ ਤੁਸੀਂ ਡਿਸਕ੍ਰਾਈਬ ਕਰੋਗੇ ਵੀ ਆਪਣੇ ਮੇਨ ਜੀਟੀਏ ਲਈ ਕਿੰਨਾ ਕੁ ਉਹਨਾਂ ਨੇ ਅਮਾਉਂਟ ਰੱਖੀ ਆ ਵੀ ਜੀਟੀਏ ਲਈ ਕਿੰਨੀ ਕੁ ਅਮਾਉਂਟ ਯੂਜ਼ ਕਰਨਗੇ. So this has been broken down into municipalities. So there's two streams actually. ਦੋ ਸਟਰੀਮਾਂ ਹੈਗੀਆਂ ਕਿ municipality ਨੂੰ ਕਿੰਨਾ ਕਿੰਨਾ ਮਿਲੂਗਾ. So ਜਿਹੜਾ ਟੋਰਾਂਟੋ ਹੈਗਾ ਉਹਨਾਂ ਨੂੰ $210 million allocate ਹੋਇਆ ਹੈਗਾ. So Toronto alone has got $203 million out of the billion. Montreal has got about 56 million. Vancouver ਨੂੰ 51 million ਮਿਲਿਆ ਹੈਗਾ. Ottawa ਨੂੰ 31 million ਹੈਗਾ. And I can keep going on the list because the list is very large. But the main point is that it's a combined effort where all these municipalities, these cities are coming together as one because this problem of homelessness is not just for one city. It puri country ਨੂੰ affect ਕਰਦੀ ਹੈਗੀ ਹੈ. It impacts our economy. ਜੇ ਕਿਸੇ ਦੇ ਸਰ ਦੇ ਉੱਤੇ ਛੱਤ ਹੈਗੀ ਹੈ, if somebody has a roof on their head, it gives them a confidence that they can achieve something in life. It will definitely help them bring them back in the market. ਜੇ ਉਹ ਵਾਪਸ ਆ ਕੇ ਕੰਮ ਕਰਨਾ ਸ਼ੁਰੂ ਕਰਨਗੇ, hand in hand, it will help our economy. So this project is actually a long-term vision by the government of Canada, and it's a beautiful effort that they are making. ਜੀ ਮੈਂ ਆਪਣੇ ਦਰਸ਼ਕਾਂ ਨੂੰ ਇਹੀ ਕਹੂੰਗੀ ਵੀ ਇਹ ਬਹੁਤ ਹੀ ਇੱਕ ਇੰਟਰਸਟਿੰਗ ਪਲਾਨ ਹੈ ਜੋ ਗਵਰਨਮੈਂਟ ਨੇ ਸਟਾਰਟ ਕੀਤਾ ਹੈ RHI ਪਲਾਨ ਦੈਟ ਇਜ਼ ਰੈਪਿਡ ਹਾਊਸਿੰਗ ਇਨੀਸ਼ੀਏਟਿਵ ਪਲਾਨ ਜਿਹਦੇ ਵਿੱਚ ਗਵਰਨਮੈਂਟ ਨੇ ਅੱਗੇ ਇਸ ਚੀਜ਼ ਨੂੰ ਡਿਫਰੈਂਸ਼ੀਏਟ ਕੀਤਾ ਹੈ. ਇਹਦੇ ਵਿੱਚ ਆਲਮੋਸਟ 1 ਬਿਲੀਅਨ ਅਮਾਊਂਟ ਉਹਨਾਂ ਨੇ ਗਵਰਨਮੈਂਟ ਨੇ ਇਨਵੈਸਟ ਕਰਨੀ ਹੈ ਤੇ ਇਹ ਜਿਹੜੇ ਪਲਾਨ ਆ ਇਹਦੇ ਬਾਰੇ ਅੱਗੇ ਹੋਰ ਆਪਾਂ ਡਿਸਕਸ ਕਰਾਂਗੇ ਰਾਹੁਲ ਜੀ ਦੇ ਨਾਲ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ. I'm going to tell you something. Everybody wants good investment advice. That's what I'm here for. When Green Park designed Dunwest, they had one goal in mind: to develop a boutique condo that matches the lifestyle in which Oakville offers. Combined with 53 years of building experience, the result becomes one of the best pre-construction opportunities of 2020. This is not only the best place to live overall, but when compared with other areas around the GTA, Dunwest offers incredible value per square foot. This program offers the ability to select a deposit structure that works for you. Additional incentives include free parking, free locker, reduced assignment, and capped development fees. These are the opportunities I look for when promoting a development to my clients. I'm Raul Kashyap, and this is Dunwest. ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰਵਾਸੀ ਪ੍ਰਾਪਰਟੀਜ਼ ਦੇ ਸ਼ੋਅ ਦੇ ਵਿੱਚ ਸਵਾਗਤ ਹੈ. ਜਿੱਦਾਂ ਕਿ ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਰਾਹੁਲ ਕਸ਼ਯਪ ਜੀ ਦੇ ਨਾਲ ਕਿ ਗਵਰਨਮੈਂਟ ਨੇ ਜਿਹੜਾ RHI ਪਲਾਨ ਸਟਾਰਟ ਕੀਤਾ ਹੈ ਉਹਦੇ ਬਾਰੇ ਅਸੀਂ ਹੋਰ ਡਿਟੇਲ ਦੇ ਵਿੱਚ ਚੱਲਦੇ ਹਾਂ ਰਾਹੁਲ ਕਸ਼ਯਪ ਜੀ ਦੇ ਕੋਲ ਤੇ ਉਹਨਾਂ ਤੋਂ ਹੋਰ ਉਹਨਾਂ ਦੇ ਬਾਰੇ ਜਾਣਕਾਰੀ ਲੈਂਦੇ ਹਾਂ. ਰਾਹੁਲ ਜੀ ਤੁਸੀਂ ਮੈਨੂੰ ਥੋੜੀ ਜਿਹੀ RHI ਪਲਾਨ ਦੇ ਬਾਰੇ ਥੋੜੀ ਜਿਹੀ ਇਹਦੇ ਬਾਰੇ ਥੋੜਾ ਡਿਸਕ੍ਰਾਈਬ ਕਰੋਗੇ ਕਿ ਇਹਦੇ ਅੰਦਰ ਮੈਂ ਜੋ ਪੜਿਆ ਆ ਵੀ ਗਵਰਨਮੈਂਟ ਨੇ 2 ਸਟਰੀਮਸ ਬਣਾਈਆਂ ਨੇ ਜੀ ਸੋ ਉਹਦੇ ਬਾਰੇ ਮੈਨੂੰ ਥੋੜਾ ਜਿਹਾ ਐਕਸਪਲੇਨ ਕਰੋਗੇ. ਜਿੱਦਾਂ ਮੈਂ ਪਹਿਲਾਂ ਵੀ ਦੱਸ ਰਿਹਾ ਸੀਗਾ ਕਿ ਇਟਸ ਅ $1 ਬਿਲੀਅਨ ਦੀ ਇਹ ਇਨਵੈਸਟਮੈਂਟ ਹੈਗੀ ਆ ਬਟ ਇਹਦੇ ਵਿੱਚ ਵਾਟ ਦ ਗਵਰਨਮੈਂਟ ਹੈਜ਼ ਡਨ ਇਸ ਕਿ ਉਹਨਾਂ ਨੇ $500 ਮਿਲੀਅਨ ਆਲਰੇਡੀ ਐਲੋਕੇਟ ਕਰ ਚੁੱਕੇ ਹੈਗੀ ਹੈ ਜਿਹੜੀ ਮੇਨ ਸਟਰੀਮ ਆਈ ਵੁੱਡ ਸੇ ਮਿਊਨਿਸਪੈਲਿਟੀਜ਼ ਹੈਗੀਆਂ ਜਾਂ ਸਿਟੀਜ਼ ਹੈਗੀਆਂ ਜਿਹਦੇ ਵਿੱਚ ਟੋਰਾਂਟੋ, ਮੌਂਟਰੀਅਲ, ਆਟਵਾ, ਵੈਂਕੂਵਰ, Calgary, Edmonton, ਇਹ ਆਉਂਦੇ ਹੈਗੇ ਆ. So there's a list of about just 14 or 15 cities all together ਜਿਨ੍ਹਾਂ ਨੂੰ already $500 million allocate ਹੋ ਚੁੱਕੇ ਹੈਗਾ. ਬਾਕੀ ਜਿਹੜਾ $500 million ਹੈਗਾ that is on an application process basis. ਹੁਣ ਇਹ ਜਿਹੜੀ applications ਹੈਗੀ ਆ that's any other remaining provinces, municipalities, territories, indigenous governing bodies and
non-profit organizations can also apply for this. ਓਕੇ Meaning, as long as there is a need for it, ਤੁਸੀਂ ਉਹ ਨੀਡ ਨੂੰ ਡਿਸਕ੍ਰਾਈਬ ਕਰ ਸਕਦੇ ਹੈਗੇ ਹੋ। ਇੱਕ ਬਹੁਤ ਹੀ ਸਿੰਪਲ ਇਹਦਾ ਪ੍ਰੋਸੈਸ ਹੈਗਾ, ਜਿਹੜੀ ਐਪਲੀਕੇਸ਼ਨ ਆਨਲਾਈਨ ਪ੍ਰੋਸੈਸ ਹੈਗਾ, ਜੀ। ਐਂਡ CMHC will accept these application until December 31st of this year. Okay. So you have about another month to go. We ਜੀ। just over a month, and ਜਿੱਥੇ ਤੁਸੀਂ ਇਹ application ਪਾ ਸਕਦੇ ਹੈਗੇ ਹੋ, then all these applications will be reviewed by January 31st of 2021. ਓਕੇ The reason why such a quick response for this entire process, because ਉਹ ਇਹ ਚਾਹੁੰਦੇ ਹੈਗੇ ਆ ਕਿ ਆ ਜਿਹੜੇ 3,000 units ਹੈਗੇ ਆ which they're planning, this should be ready by 12 months. ਓਕੇ So it's a very aggressive plan, and ਉਹਦੇ ਕਰਕੇ they are not waiting on these applications. They're not sitting on it for months and months to approve them. ਜੀ As long as ਉੱਥੇ need ਹੈਗੀ ਆ and they can show it, you can apply for it and you can take advantage of it to help those who are in need right now. ਜੀ ਬਿਲਕੁਲ ਤੇ ਜਿੱਦਾਂ ਤੁਸੀਂ ਮੈਨੂੰ ਡਿਸਕ੍ਰਾਈਬ ਕੀਤਾ, ਇਹਦੇ ਵਿੱਚ ਦੋ ਸਟਰੀਮਸ ਨੇ, ਇੱਕ ਜੀ। ਮੇਜਰ ਸਿਟੀਜ਼ ਸਟਰੀਮ ਹੈ ਤਾਂ ਇੱਕ ਪ੍ਰੋਜੈਕਟ ਸਟਰੀਮ ਹੈਗੀ ਜੀ। ਆ। ਤੇ ਇਹਦੇ ਇਲਾਵਾ ਮੈਂ ਪੁੱਛਣਾ ਚਾਹੂੰਗੀ ਵੀ ਜਿਹੜੇ ਆਪਣੀ ਕਮਿਊਨਿਟੀ ਦੇ ਲੋਕ ਹੈਗੇ ਨੇ, ਜੀ। ਉਹਨਾਂ ਲਈ ਇਹ ਤੋਂ ਕੀ ਬੈਨੀਫਿਟ ਮਿਲ ਸਕਦਾ ਆ? ਦੇਖੋ, ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਜੀ। you know, when you have less homelessness in your city ਜੀ and you have those people back on their feet, it helps the economy. ਚਾਹੇ ਉਹ ਸਿਟੀ ਦੀ ਹੋਵੇ, Yeah. ਚਾਹੇ overall ਆਪਾਂ ਕੈਨੇਡਾ ਦੀ economy ਨੂੰ ਦੇਖੀਏ, any dollar that is being coming back or it's helping back in the tax bracket, that's what it comes down to. So in my opinion, I think ਜੇ ਆਪਾਂ, you know, we can help even these 3,000 families to ਜੀ। get back in the world and help them get on their feet again. There's nothing like it. ਤੇ ਇਹਦੇ ਵਿੱਚ ਮੈਂ ਨਾਲ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਇਹਦੇ ਜੋ ਇਹ ਹਾਊਸ ਬਣ ਰਹੇ ਨੇ 3000 ਹਾਊਸਿੰਗ ਜੋ ਗਵਰਨਮੈਂਟ ਪ੍ਰੋਵਾਈਡ ਕਰਵਾ ਰਹੀ ਹੈ, ਉਹਦੇ ਵਿੱਚ ਉਹ ਕਿਹੜੇ ਲੋਕਾਂ ਦੀ ਹੈਲਪ ਕਰਨਗੇ? ਇਜ਼ ਇਟ ਜਸਟ ਜੋ ਹੋਮਲੈਸ ਨੇ ਉਹਨਾਂ ਦੀ ਹੀ, ਜਾਂ ਉਹਦੇ ਇਲਾਵਾ ਵੀ ਕੋਈ ਉਹਨਾਂ ਨੇ ਕੈਟਾਗਰੀ ਇਹਦੇ ਵਿੱਚ ਰੱਖੀ ਹੈ? So I'll tell you another number. ਜੀ There's over 333,000 ਓਕੇ people who are on the wait list for subsidized housing. Subsidized ਜਿਹੜੀ housing ਹੁੰਦੀ ਜੀ। ਹੈਗੀ, which is we're saying affordable housing, ਉਹਦੇ ਉੱਤੇ already 3 ਲੱਖ ਤੋਂ ਉੱਤੇ applications ਹੈਗੀਆਂ. ਜੀ। So these are the people, they will be contacted and they're the one who are going to get these allocations Okay. based on, you know, whatever the criteria they are choosing to go with. ਜੀ। But there's already a list who are in queue to get this. So like I said before as well, कि जे अपन देखिए 3,000 units is not much, but it's a very, very good initiative, especially जे अपन Toronto में भी देखिए, बिल्कुल। you know, if you're getting few hundred units here, it is going to help. Yeah. Because ਉਹ ਜਿਹੜਾ number ਹੈਗਾ daily ਦਾ, ਜੀ। if it goes down from 10,000 to maybe even 9,700, it helps. ਜੀ ਇਹਦੇ ਨਾਲ ਮੈਨੂੰ ਥੋੜਾ ਜਿਹਾ ਇਦਾਂ ਵੀ ਲੱਗਦਾ ਹੈ ਵੀ ਜਦੋਂ ਹਾਊਸ ਬਣਨਗੇ, ਬਿਲਡ ਹੋਣਗੇ, ਉਸ ਟਾਈਮ ਤੇ ਸ਼ਾਇਦ ਥੋੜੀ ਜੌਬਸ ਵੀ ਕ੍ਰੀਏਟ ਹੋ ਸਕਦੀਆਂ। ਜੀ, ਐਸ absolutely. ਵੀ ਨੋ ਦੈਟ ਕੋਵਿਡ-19 ਨੇ ਕਿੰਨਾ ਕੁ ਜ਼ਿਆਦਾ ਇਕਨੋਮੀ ਨੂੰ ਹਿਲਾ ਕੇ ਰੱਖਤਾ ਹੈ। ਜੀ। ਸੋ ਉਹਦੇ ਵਿੱਚ ਵੀ ਤੁਹਾਨੂੰ ਲੱਗਦਾ ਹੈ ਵੀ ਇਹਦੀ ਕੁਝ ਹੈਲਪ ਹੋ ਸਕਦੀ ਆ? Absolutely. ਦੇਖੋ, ਜਿੱਦਾਂ ਮੈਂ ਕਿਹਾ, ਜਿਹੜੀ you know, owning a house or having a roof on your head, it in my opinion, it gives you a lot of confidence. ਜੀ। You know, when you know you have a secure place to come to at the end of the day, ਜੀ। ਉਹਦੇ ਕਰਕੇ ਤੁਹਾਡਾ ਜੇ ਆਪਣਾ ਜਿਹੜਾ, you know, your confidence ਜਿਹੜਾ boost ਹੋਊਗਾ, it is definitely going to help those individuals to get back on their feet, go back in the job market. ਉਹਦੇ ਕਰਕੇ ਜਿਹੜੀ ਸਾਡੀ economy ਨੂੰ boost ਮਿਲਣਾ ਹੈਗਾ, we will see in the coming years. ਯਾ ਸਰ, ਜਿੱਦਾਂ ਕਿ ਤੁਸੀਂ ਪਹਿਲਾਂ ਥੋੜਾ ਜਿਹਾ ਦੱਸਿਆ ਸਾਨੂੰ ਵੀ ਹੋਮਲੈਸ ਦਾ ਕੀ ਫੈਕਟਰ ਨੇ ਜਿਹਦੇ ਕਰਕੇ ਕੋਈ ਵੀ ਇਨਸਾਨ ਹੋਮਲੈਸ ਹੁੰਦਾ ਆ, ਜੀ। ਥੋੜਾ ਜਿਹਾ ਇਹਦੇ ਬਾਰੇ ਐਕਸਪਲੇਨ ਕਰੋਗੇ? ਜੀ, ਦੇਖੋ, ਮੇਰੇ ਹਿਸਾਬ ਨਾਲ ਜਿਹੜੇ ਕੀ ਡਰਾਈਵਿੰਗ ਫੈਕਟਰਸ ਹੈਗੇ ਹੋਮਲੈਸਨੈਸ, ਸਪੈਸ਼ਲੀ ਟੋਰਾਂਟੋ ਦੇ ਵਿੱਚ, ਯੂ ਨੋ, ਜੌਬ ਲਾਸ ਜਿਹੜਾ ਆਪਾਂ ਦੱਸਿਆ, ਜਾਂ ਮੈਂਟਲ ਹੈਲਥ ਇਸ਼ੂਜ਼ ਵੀ ਹੋ ਸਕਦੇ ਹੈਗੇ ਆ, ਬਟ ਆਈ ਥਿੰਕ ਸਮਵੇਅਰ ਦ ਇਕੋਨਮੀ ਐਂਡ ਦ ਹਾਊਸਿੰਗ ਮਾਰਕੀਟ ਆਲਸੋ ਪਲੇਜ਼ ਦ ਕੀ ਰੋਲ। ਕਿਉਂਕਿ ਜੇ ਆਪਾਂ ਹੁਣ ਲਾਸਟ ਦੇ 10 ਸਾਲ ਦੇਖੀਏ, ਯੂ ਨੋ, there has been a dramatic increase in the lack of affordability of housing. ਜਿੱਥੇ ਸਾਡੇ ਰੈਂਟ ਵੱਧ ਗਏ ਹੈਗੇ ਆ, ਜੀ। ਰਾਈਟ, ਪ੍ਰਾਈਸਿਸ ਵੱਧ ਗਏ ਹੈਗੇ ਆ, ਸੋ ਦੈਟ ਇਜ਼ ਆਲਸੋ ਡਰਾਈਵਿੰਗ ਪੀਪਲ ਆਊਟ ਆਫ ਅ ਸੇਫ ਪਲੇਸ ਐਟ ਦੀ ਐਂਡ ਆਫ ਦ ਡੇ। ਉਹਦੇ ਕਰਕੇ ਆ ਜਿਹੜੇ ਨੰਬਰਸ ਹੈਗੇ ਆ ਸਾਡੇ, ਹੁਣ ਜਿੱਦਾਂ ਮੈਂ ਦੱਸਿਆ, almost 10,000 or more people are homeless every night. I would say these are one of the few other criteria or key drivers ਜਿਹੜੇ ਟੋਰਾਂਟੋ ਨੂੰ ਇੰਪੈਕਟ ਕਰਦੇ ਹੈਗੇ ਆ। ਨਾਲੇ ਨਾਲ ਜਿਹੜੇ majority of individuals who are in the shelters these days, they are already on Ontario Works or disability support. ਤਾਂ ਉਹਨਾਂ ਨੂੰ ਉਹ ਚੈਕਸ ਮਿਲਦੇ ਪਏ ਹੈਗੇ because they are already on those. ਨਾਲੇ ਨਾਲ ਜਿਹੜੀ social assistance rates ਹੈਗੇ ਆ, they have actually gone higher as well. ਠੀਕ ਹੈ, and ਜਿਹੜਾ affordability gap ਜਿਹਨੂੰ ਆਪਾਂ ਕਹਿੰਦੇ ਹੈਗੇ ਆ, that has increased over the years. So this is why it's very important
ਕਿ ਆਪਾਂ we work as a society community together to build these kind of initiatives or bring these kind of initiatives and help the government bring these initiatives further out jithe we can help them create these affordable housings ਜੀ and somewhere play a small role Yeah. in making sure somebody gets a safe haven at the end of the night. ਸੋ ਮੈਂ ਆਪਣੇ ਦਰਸ਼ਕਾਂ ਨੂੰ ਉਹੀ ਕਹੂੰਗੀ ਵੀ ਸਾਨੂੰ ਰਾਹੁਲ ਕਸ਼ਯਪ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ RHI ਪਲਾਨ ਦੇ ਬਾਰੇ ਤੇ ਗਵਰਨਮੈਂਟ ਨੇ ਇੱਕ ਬਹੁਤ ਹੀ ਜ਼ਿਆਦਾ ਵਧੀਆ ਇਨੀਸ਼ੀਏਟਿਵ ਲਿਆ ਹੈ ਜੋ ਕਿ ਹੋਮਲੈਸ ਪੀਪਲ ਲਈ ਲਿਆ ਗਿਆ ਹੈ ਕਿ ਉਹਨਾਂ ਨੇ ਆਲਮੋਸਟ 3000 ਯੂਨਿਟਸ ਉਹ ਬਿਲਡ ਕਰਨਗੇ ਜਿੱਦਾਂ ਸਾਨੂੰ ਰਾਹੁਲ ਜੀ ਨੇ ਹੁਣੇ ਦੱਸਿਆ। ਇੱਥੇ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰੀਆ ਕਰੂੰਗੀ ਸਾਡੇ ਰਾਹੁਲ ਜੀ ਦਾ ਕਿ ਸਾਨੂੰ ਸ਼ੋਅ ਦੇ ਵਿੱਚ ਆਏ ਤੇ ਆਪਣਾ ਟਾਈਮ ਦਿੱਤਾ। ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ। ਤੇ ਆਪਾਂ ਫੇਰ ਮਿਲਾਂਗੇ ਰਾਹੁਲ ਜੀ ਨੂੰ ਨੈਕਸਟ ਐਪੀਸੋਡ ਦੇ ਵਿੱਚ ਤੇ ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।